KBIF 900 ਦੇ ਨਾਲ ਜੁੜ ਬੈਠੇ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ, ਮਹਿੰਦਰ ਸਿੰਘ ਸੰਧਾਵਾਲੀਆ ਆਪ ਦਾ ਹੋਸਟ ਆਪ ਵਾਸਤੇ ਮੀਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਅੱਜ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਮੈਂ ਆਪ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਪੇਸ਼ ਕਰਦਾ ਹਾਂ ਜੀ। ਸੋ ਆਓ ਹੁਣ ਆਪਾਂ ਅੱਜ 9/11 ਦਾ ਦਿਨ ਹੈ, 20 ਸਾਲ ਹੋ ਗਏ ਨੇ। ਕਈ ਵਾਰ ਦੁਨੀਆ ਦੇ ਵਿੱਚ ਇਹੋ ਜਿਹੀਆਂ ਅਨੋਖੀਆਂ ਘਟਨਾਵਾਂ ਹੋ ਜਾਂਦੀਆਂ ਜਿਨ੍ਹਾਂ ਨੂੰ ਕਦੀ ਆਪਾਂ ਸੋਚਿਆ ਵੀ ਨਹੀਂ ਹੁੰਦਾ, ਜਿਹੜੀਆਂ ਕਦੀ ਦਿਮਾਗ ਵਿੱਚ ਵੀ ਨਹੀਂ ਹੁੰਦੀਆਂ, ਜਿਨ੍ਹਾਂ ਬਾਰੇ ਆਪਾਂ ਕਦੀ ਕਿਆਸ ਵੀ ਨਹੀਂ ਕੀਤਾ ਹੁੰਦਾ। ਇਸੇ ਤਰ੍ਹਾਂ ਦੀ ਇੱਕ ਮਨਹੂਸ ਘਟਨਾ ਅੱਜ ਤੋਂ 20 ਸਾਲ ਪਹਿਲਾਂ ਅਮਰੀਕਾ 'ਚ 11 ਸਤੰਬਰ 2001 ਨੂੰ ਵਾਪਰੀ ਸੀ, ਜਦੋਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ 2 ਜਿਹੜੇ ਟਾਵਰ ਨੇ ਉੱਚੇ, ਉਹਨਾਂ ਉੱਪਰ ਇਸਲਾਮਿਕ ਅੱਤਵਾਦੀਆਂ ਨੇ ਜਹਾਜ਼ਾਂ ਰਾਹੀਂ ਜਿਹੜਾ ਹੈ ਉਹ ਹਮਲਾ ਕਰਕੇ ਉਹਨਾਂ ਨੂੰ ਉਡਾ ਦਿੱਤਾ ਸੀ। ਇਹ ਹਮਲਾ ਸਵੇਰ ਦੇ 9 ਵਜੇ ਤੋਂ ਪਹਿਲਾਂ ਹੀ ਹੋਇਆ ਸੀ। ਜੇ ਕਦੀ ਇਹ ਹਮਲਾ ਦੁਪਹਿਰ ਦੇ ਲਾਗੇ ਹੁੰਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਫਿਰ ਵੀ ਕਿਉਂਕਿ ਉਸ ਵੇਲੇ ਹਾਲੇ ਬਹੁਤ ਸਾਰੇ ਲੋਕ ਕੰਮਾਂ 'ਤੇ ਜਾ ਹੀ ਰਹੇ ਸਨ ਅਤੇ ਉੱਥੇ ਬਹੁਤ ਵੱਡੇ ਦਫ਼ਤਰ ਸਨ, ਵੱਡੀਆਂ ਕੰਪਨੀਆਂ ਦੇ ਦਫ਼ਤਰ ਸਨ, ਜਿੱਥੇ ਹਜ਼ਾਰਾਂ ਲੋਕ ਕੰਮ ਕਰਦੇ ਸੀ। ਇਹੋ ਜਿਹਾ ਹੀ ਇੱਕ ਹਮਲਾ ਅਮਰੀਕਾ ਦੇ ਉੱਪਰ ਪਹਿਲਾਂ ਵੀ ਹੋਇਆ ਸੀ। ਉਹ ਹੋਇਆ ਸੀ 7 ਦਸੰਬਰ 1941 ਨੂੰ। ਉਦੋਂ ਇਹ ਹਮਲਾ ਜਾਪਾਨ ਨੇ ਕੀਤਾ ਸੀ ਅਚਾਨਕ। ਵਰਲਡ ਵਾਰ ਜਿਹੜੀ ਸੀ ਉਸ ਤੋਂ ਬਾਅਦ ਅਸਲੀ ਇਹ ਸਾਰਿਆਂ ਤੋਂ ਵੱਡਾ ਹਮਲਾ ਸੀ। ਜਾਪਾਨ ਜਿਹੜੀ ਆ ਉਹਨੇ ਹੋਨੋਲੁਲੂ ਵਿਖੇ ਅਚਾਨਕ ਪਰਲ ਹਾਰਬਰ ਉੱਪਰ ਹਮਲਾ ਕਰਕੇ ਤੇ ਅਮਰੀਕਾ ਦੇ 2403 ਫੌਜੀ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਸਨ। 1178 ਜ਼ਖਮੀ ਹੋ ਗਏ ਸਨ। ਇਸ ਹਮਲੇ ਵਿੱਚ ਜਾਪਾਨ ਦੇ 420 ਜਹਾਜ਼ਾਂ ਨੇ ਭਾਗ ਲਿਆ ਸੀ। ਇਹ ਹਮਲਾ ਅਮਰੀਕਾ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਸੀ, ਤਾਂ ਕਿ ਅਮਰੀਕਾ ਜਾਪਾਨ ਦੀ ਵਧਦੀ ਹੋਈ ਤਾਕਤ ਦੇ ਅੱਗੇ ਰੋੜਾ ਨਾ ਅਟਕਾ ਸਕੇ। ਉਸ ਵੇਲੇ ਜਾਪਾਨ ਬਹੁਤ ਉਚਾਈਆਂ 'ਤੇ ਜਾ ਰਿਹਾ ਸੀ, ਪਰ ਉਹ ਆਪਣੀ ਇਸ ਸਕੀਮ ਦੇ ਵਿੱਚ ਜ਼ਿਆਦਾ ਕਾਮਯਾਬ ਨਾ ਹੋ ਸਕਿਆ ਜਾਪਾਨ। ਇਸ ਹਮਲੇ ਵਿੱਚ ਜਾਪਾਨ ਦੇ 29 ਜਹਾਜ਼ ਜਿਹੜੇ ਆ ਉਹ ਡੇਗ ਲਏ ਸੀ। 129 ਜਾਪਾਨੀ ਮਾਰੇ ਗਏ ਸਨ ਅਤੇ ਇੱਕ ਜਾਪਾਨੀ ਫੌਜੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਪਰ ਉਸ ਦੇ ਬਾਅਦ ਜੋ ਜਾਪਾਨ ਦਾ ਹਸ਼ਰ ਅਮਰੀਕਾ ਨੇ ਕੀਤਾ, ਉਹ ਅੱਜ ਤੱਕ ਵੀ ਇਤਿਹਾਸ ਦਾ ਪੰਨੇ ਬਣ ਗਏ ਨੇ, ਕਿਉਂਕਿ ਉਸ ਦੇ ਬਾਅਦ ਹੀ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਸੁੱਟੇ ਸਨ, ਜਿਨ੍ਹਾਂ ਵਿੱਚ ਮਿੰਟਾਂ ਸਕਿੰਟਾਂ 'ਚ ਹੀ ਸ਼ਹਿਰ ਜਿਹੜੇ ਆ ਉਹ ਤਬਾਹ ਹੋ ਗਏ ਸੀ ਅਤੇ ਅੰਦਾਜ਼ਨ 3 ਲੱਖ ਬੰਦਾ ਜਿਹੜਾ ਉਹ ਮਾਰਿਆ ਗਿਆ ਸੀ। ਸੋ ਇਹਨਾਂ ਹਮਲਿਆਂ ਨੇ ਜਾਪਾਨ ਦੀਆਂ ਗੋਡਨੀਆਂ ਲਵਾ ਦਿੱਤੀਆਂ ਸੀ। ਹੁਣ ਆਪਾਂ ਇਹ ਲੰਮੀ ਗੱਲ ਨਾ ਕਰੀਏ, ਹੁਣ ਆਉਂਦੇ ਹਾਂ 9/11 ਦੇ ਹਮਲੇ 'ਤੇ, ਅੱਜ ਵਾਲੇ 'ਤੇ। ਇਸਲਾਮਿਕ ਅਲਕਾਇਦਾ ਦੇ 19 ਆਤੰਕਵਾਦੀਆਂ, ਟੈਰਰਿਸਟ ਜਿਹਨੂੰ ਆਪਾਂ ਕਹਿ ਦਿੰਦੇ ਅੰਗਰੇਜ਼ੀ 'ਚ, ਉਹਨਾਂ ਨੇ ਬਹੁਤ ਹੀ ਡੂੰਘੀ ਅਤੇ ਘਿਨਾਉਣੀ ਸਾਜ਼ਿਸ਼ ਤਹਿਤ, ਵੇਖੋ ਇਹ ਸਾਜ਼ਿਸ਼ ਐਡੀ ਉਹਨਾਂ ਨੇ ਤਰੀਕੇ ਨਾਲ ਕੀਤੀ ਸੀ, ਇੱਥੋਂ ਦੀ CID ਨੂੰ ਵੀ ਨਹੀਂ ਪਤਾ ਲੱਗ ਸਕਿਆ, ਹੋਰ ਜਿਹੜੇ ਵੱਡੇ ਕੰਟਰੀ ਆ ਉਹਨਾਂ ਦੀ CID ਨੂੰ ਵੀ ਪਤਾ ਲੱਗ ਸਕਿਆ ਵੀ ਇਹ ਕੰਮ ਹੋਣਾ। ਉਹਨਾਂ ਨੇ 4 ਹਵਾਈ ਜਹਾਜ਼ ਜਿਹੜੇ ਆ ਸਵਾਰੀਆਂ ਸਣੇ, ਉਹਨਾਂ 'ਚੋਂ ਸਵਾਰ ਹੋਏ ਆ। ਪਹਿਲਾਂ ਉਹਨਾਂ ਆਪ ਸਾਰੀ ਟ੍ਰੇਨਿੰਗ ਵੀ ਲਈ ਆ, ਹਰ ਚੀਜ਼ ਦੀ ਉਹਨਾਂ ਨੇ ਜਾਂਚ ਵੀ ਕੀਤੀ ਆ। ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਵੀ ਕਿੱਥੇ ਕਿਹੜਾ ਜਹਾਜ਼ ਆ ਕੇ ਅਸੀਂ ਸੁੱਟਣਾ, ਮਾਰਨਾ। ਸੋ ਉਸ ਦੇ ਵਿੱਚ ਪਹਿਲਾ ਜਹਾਜ਼ ਜਿਹੜਾ ਸੀ ਉਹ ਅਮਰੀਕਨ ਏਅਰਲਾਈਨ ਦਾ ਫਲਾਈਟ 11 ਅਤੇ ਜਹਾਜ਼ ਜਿਹੜਾ ਸੀ ਉਹ ਬੋਇੰਗ 767 ਸੀ। 81 ਸਵਾਰੀਆਂ ਸੀ ਉਹਦੇ ਵਿੱਚ।
ਤੇ 20,000 ਗੈਲਨ ਜੈਟ ਫਿਊਲ ਸੀ, ਕਿਉਂਕਿ ਉਹ ਭਰ ਕੇ ਹੀ ਤੁਰਿਆ ਸੀ ਆਪਣਾ। ਇਸ ਨੂੰ ਨਿਊਯਾਰਕ ਦੇ 110 ਮੰਜ਼ਲਾ 2 ਟਾਵਰਾਂ ਵਿੱਚੋਂ ਇੱਕ ਦੀ 93 ਤੇ 98 ਮੰਜ਼ਲ ਦੇ ਵਿੱਚ ਜਹਾਜ਼ ਨੂੰ ਮਾਰਿਆ ਗਿਆ ਸੀ। ਸੋ ਇਹ ਲਗਭਗ ਟਾਈਮ ਜਿਹੜਾ ਵਾ ਇਸ ਦਾ ਉਹ ਸੀ 7:59, ਮਤਲਬ 8 ਵਜੇ ਦੇ ਲਾਗੇ ਛਾਗੇ। ਬੋਸਟਨ ਤੋਂ ਇਹ ਚੱਲਿਆ ਸੀ ਉੱਥੋਂ 7:59 ਤੇ ਬੋਸਟਨ ਤੋਂ ਚੱਲਿਆ ਤੇ 8:14 ਤੇ ਇਹ ਉਸ ਟਾਵਰ ਦੇ ਵਿੱਚ ਵੱਜਾ ਆਣਗੇ। ਦੂਸਰਾ ਜਹਾਜ਼ ਜਿਹੜਾ ਸੀ ਉਹ ਯੂਨਾਈਟਿਡ ਏਅਰਲਾਈਨ ਦਾ 767 ਸੀ, ਉਹਦੇ ਵਿੱਚ 81 ਸਵਾਰੀਆਂ ਸਨ ਤੇ ਉਹ ਵੀ ਉੱਡਿਆ ਬੋਸਟਨ ਤੋਂ ਹੀ ਸੀ ਤੇ 18 ਮਿੰਟਾਂ ਦੇ ਬਾਅਦ ਉਹ ਦੂਸਰੇ ਟਾਵਰ ਵਿੱਚ ਵੱਜਾ, ਜਿਸ ਨਾਲ ਸਾਰੇ ਪਾਸੇ ਤੜਫੱਲੀ ਮਚ ਗਈ ਸੀ। ਇਹ ਫਲਾਈਟ 175 ਸੀ ਤੇ ਇਹਨੇ ਜਾਣਾ ਵੈਸੇ LA ਸੀ। ਤੀਸਰਾ ਜਹਾਜ਼ ਸੀ ਅਮਰੀਕਨ ਏਅਰਲਾਈਨ ਦਾ ਬੋਇੰਗ 757। ਇਹ ਫਲਾਈਟ 777 ਸੀ। ਇਸੇ ਕਹਿੰਦੇ ਆ ਵੀ ਕੈਲੀਫੋਰਨੀਆ ਆਉਣਾ ਸੀ, ਪਰ ਹਾਈਜੈਕਰਾਂ ਨੇ ਇਸ ਨੂੰ ਅਮਰੀਕਾ ਦੇ ਮਿਲਟਰੀ ਤੇ ਇੰਟੈਲੀਜੈਂਸ ਬੇਸ ਜਿਹੜਾ ਪੈਂਟਾਗਨ ਆ ਉਹਦੀ ਇੱਕ ਨੁੱਕਰ ਦੇ ਵਿੱਚ ਮਾਰਿਆ, ਜਿੱਥੇ 125 ਬੰਦੇ ਮਾਰੇ ਗਏ, ਉਹਦੇ ਵਿੱਚ 64 ਸਵਾਰੀਆਂ ਵੀ ਸਨ। ਇਹ 9:40 ਤੇ ਹੋਇਆ ਸੀ। ਜਿਹੜਾ ਚੌਥਾ ਜਹਾਜ਼ ਸੀ ਉਹ ਯੂਨਾਈਟਿਡ ਏਅਰਲਾਈਨ ਦਾ ਸੀ, ਜਿਸ ਨੇ ਨਿਊ ਜਰਸੀ ਤੋਂ ਉੱਡ ਕੇ ਕੈਲੀਫੋਰਨੀਆ ਆਉਣਾ ਸੀ, ਸੈਨ ਫਰਾਂਸਿਸਕੋ। ਇਸ ਫਲਾਈਟ ਦੇ ਉੱਡਣ ਵਿੱਚ ਦੇਰੀ ਹੋ ਗਈ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਫਲਾਈਟ ਦੇ ਵਿੱਚ ਬਹੁਤ ਸਾਰੀਆਂ ਸਵਾਰੀਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਟੈਲੀਫੋਨ ਤੇ ਦੱਸ ਦਿੱਤਾ ਕਿ ਜਹਾਜ਼ ਜਿਹੜੇ ਆ 2 ਟਾਵਰਾਂ 'ਚ ਵੱਜੇ ਆ, ਕੋਈ ਗੜਬੜ ਹੋਣ ਵਾਲੀ ਆ। ਉਹ ਵੀ ਸੰਭਲ ਗਏ ਚੌਥੇ ਵਾਲੇ। ਉਹਨਾਂ 'ਚੋਂ ਉਹ ਜਹਾਜ਼ ਜਿਹੜਾ ਵਾ ਉਹ 42 ਮਿੰਟ ਲੇਟ ਸੀ, 42 ਮਿੰਟ। ਇਸ ਕਰਕੇ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਵਿੱਚ ਪਹੁੰਚ ਗਈਆਂ, ਉਸਰ ਮੁਸਰ ਹੋ ਗਈ ਸਵਾਰੀਆਂ ਦੇ ਵਿੱਚ। ਮੌਤ ਨੂੰ ਸਾਹਮਣੇ ਦੇਖਦਿਆਂ ਹੋਇਆਂ ਉਹਦੇ ਵਿੱਚ ਕੁਝ ਸਵਾਰੀਆਂ ਜਿਹੜੀਆਂ ਸੀ ਉਹਨਾਂ ਨੇ ਫਿਰ, ਜਿਨ੍ਹਾਂ ਵਿੱਚ ਥਾਮਸ ਬਰਨਲ ਜੂਨੀਅਰ ਸੀ, ਟੌਡ ਬੀਮਰ ਸੀ ਤੇ ਇੱਕ ਫਲਾਈਟ ਅਟੈਂਡੈਂਟ ਲੜਕੀ ਸੀ, ਸੈਂਡੀ ਬ੍ਰੈਡਸ਼ਾ। ਜਿਉਂ ਹੀ ਹਾਈਜੈਕਰਾਂ ਨੇ ਦਰਵਾਜ਼ਾ ਤੋੜ ਕੇ ਤੇ ਉਹ ਪਾਇਲਟ ਦੀ ਕਾਕਪਿਟ ਵਿੱਚ ਜਾਣ ਲੱਗੇ ਤੇ ਇਹਨਾਂ ਨੇ 3 ਜਣਿਆਂ ਨੇ ਵੀ ਉਹਨਾਂ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ। ਇਸ ਹੱਥੋਂ ਪਾਈ ਦੇ ਵਿੱਚ ਹੀ ਉਸ ਵੇਲੇ ਜਹਾਜ਼ ਜਿਹੜਾ ਵਾ ਉਹ ਲਗਭਗ 500 ਮੀਲ ਘੰਟੇ ਦੀ ਸਪੀਡ ਦੇ ਉੱਤੇ ਉਹ ਜਾ ਰਿਹਾ ਸੀ ਤੇ ਲਗਭਗ ਉਹ 5000 ਫੁੱਟ ਉੱਪਰ ਉਹਦੀ ਉਹ ਵੇਲੇ ਜਾ ਰਿਹਾ ਸੀ। ਪਰ ਉਸ ਗੁੱਥਮ ਗੁੱਥਾ 'ਚ ਇਹ ਹੋਇਆ ਕਿ ਜਹਾਜ਼ ਜਿਹੜਾ ਵਾ ਉਹ ਖੇਤਾਂ ਦੇ ਵਿੱਚ ਜਿਹੜਾ ਆਪਣਾ ਉਹ ਡਿੱਗ ਪਿਆ ਉੱਥੇ, ਤੇ ਸਾਰੀਆਂ ਦੀਆਂ ਸਾਰੀਆਂ ਸਵਾਰੀਆਂ ਜਿਹੜੀਆਂ ਉਹ ਉੱਥੇ ਹੀ ਮਰ ਗਈਆਂ ਵਿੱਚ ਜਿਹੜੇ ਟੈਰਰਿਸਟ ਸੀ। ਇਹ ਪੈਂਸਿਲਵੇਨੀਆ ਦੀ ਗੱਲ ਹੈ। ਨਹੀਂ ਤੇ ਉਹ ਜਹਾਜ਼ ਹੋ ਸਕਦਾ ਵਾਈਟ ਹਾਊਸ 'ਚ ਵੱਜਦਾ, ਹੋ ਸਕਦਾ ਕਿਸੇ ਇਹਨਾਂ ਦੇ ਜਿਹੜੇ ਆ ਆਪਣਾ ਨਿਊਕਲੀਅਰ ਪਲਾਂਟ ਉਹਦੇ 'ਚ ਜਾ ਕੇ ਵੱਜਦਾ, ਕਿਉਂਕਿ ਉਹਨਾਂ ਨੇ ਸਟੱਡੀ ਤਾਂ ਸਾਰੀ ਕੀਤੀ ਸੀ। ਸੋ ਉਹਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੋਣਾ ਸੀ। ਸੋ ਇਹ ਅੱਜ ਦਾ ਉਸ ਦਿਨ ਤੋਂ ਬਾਅਦ ਉਹਦਾ ਉਸ ਵੇਲੇ ਪ੍ਰੈਜ਼ੀਡੈਂਟ ਬੁਸ਼ ਇੱਕ ਸਕੂਲ ਦੇ ਵਿੱਚ ਸੀ। ਪਹਿਲੀ ਜਦੋਂ ਜਹਾਜ਼ ਵੱਜਿਆ ਉਦੋਂ ਤਾਂ ਇਹਨਾਂ ਨੂੰ ਕੋਈ ਖਬਰ ਨਹੀਂ ਸੀ, ਉਹ ਸੋਚਦੇ ਸੀ ਵੀ ਕੋਈ ਹੋ ਸਕਦਾ ਬਾਈ ਚਾਂਸ ਹੋ ਗਿਆ। ਪਰ ਜਦੋਂ ਸੈਕਿੰਡ ਵੱਜਾ ਫਿਰ ਉਹਨਾਂ ਨੂੰ ਇੱਕਦਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹ ਚੌਕਸ ਹੋ ਗਏ। 4 ਚੁਫੇਰੇ ਉਹਨਾਂ ਅਸਮਾਨ ਜਿਹੜਾ ਉਹ ਸਾਰਾ ਖਾਲੀ ਕਰ ਦਿੱਤਾ ਕਿ ਕੋਈ ਵੀ ਫਲਾਈਟ ਨਾ ਇੱਥੋਂ ਚੜ੍ਹ ਸਕਦੀ ਆ ਨਾ ਉਤਰ ਸਕਦੀ ਆ, ਸਾਰੀਆਂ ਡਿਵਰਟ ਕਰ ਦਿੱਤੀਆਂ ਗਈਆਂ ਕੁਝ ਸਮੇਂ ਵਾਸਤੇ। ਸੋ ਇਸ ਸਾਰੇ ਚੱਕਰ ਦੇ ਵਿੱਚ ਸਟਾਕ ਮਾਰਕੀਟ 7 ਦਿਨ ਡਿੱਗੀ ਸੀ ਲਗਾਤਾਰ। ਉਦੋਂ 2996 ਬੰਦੇ ਇਹਦੇ ਵਿੱਚ ਜਿਹੜੇ ਆ ਉਹ ਮਾਰੇ ਗਏ ਸੀ, ਜਿਨ੍ਹਾਂ ਵਿੱਚ 19 ਹਾਈਜੈਕਰ ਵੀ ਸੀ। 2763
ਬੰਦੇ ਤਾਂ ਟਵਿਨ ਟਾਵਰ ਦੇ ਵਿੱਚ ਹੀ ਕੰਮ ਕਰਦੇ ਸੀ ਜਿਹੜੇ ਮਾਰੇ ਜਾ ਚੁੱਕੇ ਸੀ। ਇਸ ਦੇ ਵਿੱਚ 343 ਜਿਹੜੇ ਆ ਉਹ ਫਾਇਰ ਫਾਈਟਰ ਜਿਹੜੇ ਆ ਉਹ ਵੀ ਵਿਚਾਰੇ ਮਾਰੇ ਗਏ ਸੀ, ਹੈਲਪ ਕਰਦੇ ਸੀ। ਸੋ ਇਹ ਜਿਹੜੀ ਆ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਹਮਲੇ। ਅਸਾਮਾ ਬਿਨ ਲਾਦਨ ਨੂੰ 10 ਸਾਲ ਬਾਅਦ ਉਸ ਵੇਲੇ ਆਪਣਾ ਓਬਾਮਾ ਪ੍ਰੈਜ਼ੀਡੈਂਟ ਸੀ, 10 ਸਾਲ ਬਾਅਦ ਉਸ ਨੂੰ ਜਾ ਕੇ ਤੇ ਲੱਭ ਕੇ ਜਿਹੜਾ ਹੈ ਉਹ ਮਾਰਿਆ ਗਿਆ। ਉਸ ਤੋਂ ਬਾਅਦ 10 ਸਾਲ ਹੋਰ ਇਹਨਾਂ 20 ਸਾਲ ਅਫਗਾਨਿਸਤਾਨ 'ਚ ਲਾਏ, ਕਰੋੜਾਂ ਡਾਲਰ ਉੱਤੇ ਖਰਚ ਕੀਤਾ। 3 ਲੱਖ ਬੰਦਾ ਉਹਨਾਂ ਦਾ ਜਿਹੜਾ ਵਾ ਇਹਨਾਂ ਨੇ ਟ੍ਰੇਨ ਕੀਤਾ ਤਾਂ ਕਿ ਉਹ ਚੰਗੇ ਤਰੀਕੇ ਦੇ ਨਾਲ ਆਪਣਾ ਮੁਲਕ ਜਿਹੜਾ ਵਾ ਉਹਨੂੰ ਗਵਰਨ ਕਰ ਸਕਣ। ਪਰ ਇਹ ਆ ਕਿ ਜਿਸ ਹਿਸਾਬ ਨਾਲ ਉਹਨਾਂ ਆਪਣੀ ਪਾਲਿਸੀ ਅਮਰੀਕਾ ਨੇ ਬਣਾਈ ਸੀ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਉੱਥੋਂ ਦਾ ਜਿਹੜਾ ਕਿੰਗ ਵਾ ਉਹ ਰਾਤੋਂ ਰਾਤ ਹੀ ਉੱਥੋਂ ਭੱਜ ਕੇ ਕਿਸੇ ਹੋਰ ਮੁਲਕ ਵਿੱਚ ਚਲ ਜਾਏਗਾ, ਜਿਸ ਕਰਕੇ ਉਹ ਕਾਬਲ ਜਿਹੜਾ ਉਹ ਬਿਲਕੁਲ ਫ੍ਰੀ ਹੋ ਗਿਆ ਤਾਲਿਬਾਨ ਵਾਸਤੇ। ਅਤੇ ਉਹਨਾਂ ਨੂੰ ਤਾਲਿਬਾਨ ਨੂੰ ਨਹੀਂ ਪਤਾ ਵੀ ਏਡੀ ਛੇਤੀ ਅਸੀਂ ਉੱਥੇ ਪਹੁੰਚ ਜਾਵਾਂਗੇ। ਸੋ ਉਹਦੇ ਨਾਲ ਬਹੁਤ ਹਫੜਾ ਤਫੜੀ ਜਿਹੜੀ ਆ ਉਹ ਮੱਚੀ। ਉਹ ਆਪਾਂ ਸਾਰੇ ਟੈਲੀਵਿਜ਼ਨ ਦੇ ਵੇਖਦੇ ਰਹੇ ਹਾਂ। ਪਰ ਬਹੁਤ ਸਾਰੇ ਜਿਹੜੇ ਆ ਉਹ ਪ੍ਰੈਜ਼ੀਡੈਂਟ ਨੂੰ ਬੁਰਾ ਕਹਿੰਦੇ ਆ, ਕੋਈ ਚੰਗਾ ਕਹਿੰਦੇ ਆ, ਕਿਉਂਕਿ ਜਿਹੜੀ ਆ 20 ਸਾਲ ਇਹਨਾਂ ਨੂੰ ਹੋ ਗਏ ਸੀ। ਇਹਨਾਂ ਨੂੰ ਸਾਰੀ ਉਮਰ ਦਾ ਤਾਂ ਠੇਕਾ ਨਹੀਂ ਸੀ ਲਿਆ ਕਿ ਉੱਥੇ ਰਹਿਣਾ ਅਤੇ ਆਪਣੇ $1 ਟ੍ਰਿਲੀਅਨ ਉੱਥੇ ਖਰਚ ਕਰੀ ਜਾਣੇ, ਆਪਣੇ ਬੰਦੇ ਮਰਵਾਏ ਜਾਣੇ ਆ, ਅਤੇ ਉੱਥੋਂ ਆਉਣਾ ਤਾਂ ਕੋਈ ਨਹੀਂ, ਕਿਉਂਕਿ ਇਕਨੋਮਿਕ ਤਾਂ ਉੱਥੇ ਹੈ ਨਹੀਂ, ਫਾਇਦਾ ਤਾਂ ਕੋਈ ਹੈ ਨਹੀਂ ਸੀ ਉੱਥੋਂ ਦਾ। ਸੋ ਇਹਨਾਂ ਨੇ ਉਹ ਸਾਰਾ ਫਿਰ ਕਿਹਾ ਕਿ ਅਸੀਂ ਉਹਨਾਂ ਨਾਲ ਐਗਰੀਮੈਂਟ ਵੀ ਕੀਤਾ, ਟਰੰਪ ਨੇ ਕੀਤਾ ਸੀ। ਪਰ ਅਖੀਰ ਇਹ ਜਿਹੜਾ 20 ਸਾਲ ਬਾਅਦ, ਅੱਜ ਤੋਂ 20 ਸਾਲ ਪਹਿਲਾਂ ਇਹਨਾਂ ਸ਼ੁਰੂ ਕੀਤਾ ਸੀ ਅਤੇ ਅੱਜ ਤੋਂ ਲਗਭਗ ਥੋੜ੍ਹੇ ਦਿਨ ਪਹਿਲਾਂ ਤੱਕ ਇਹ ਸਾਰੇ ਉਹਦੇ ਵਿੱਚੋਂ ਬਾਹਰ ਨਿਕਲ ਆਏ। ਇਹ ਤਾਂ ਸੀ 9/11 ਦੀ ਜਿਹੜੀ ਗੱਲ ਉਹ ਤੁਹਾਡਾ। ਹੁਣ ਆਪਾਂ ਟਾਈਮ ਥੋੜ੍ਹਾ ਜਿਹਾ ਰਹਿ ਗਿਆ, ਅਸਲ ਮੈਂ ਜ਼ਿਆਦਾ ਨਾ ਵਧਾਵਾਂ, ਅਤੇ ਆਪਾਂ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਹਿਊਮਨ ਰਾਈਟਸ ਦੇ ਸਾਡੇ ਬਹੁਤ ਸ਼ਹੀਦ ਜਿਨ੍ਹਾਂ ਬੜਾ ਕੰਮ ਕੀਤਾ ਸੀ, ਉਹਨਾਂ ਦੀ ਜ਼ਿੰਦਗੀ 'ਤੇ ਵੀ ਥੋੜ੍ਹੀ ਜਿਹੀ ਆਪਾਂ ਜਿਹੜਾ ਹੈ ਉਹ ਨਜ਼ਰ ਮਾਰ ਲਈਏ। ਬੜੀ ਵੱਡੀ ਦੇਣ ਹੈ ਉਹਨਾਂ ਦੀ। ਸ਼ਹੀਦ ਜਿਹੜੇ ਆ ਉਹ ਕੌਮ ਦਾ ਸਰਮਾਇਆ ਹੁੰਦੇ ਨੇ। ਸਿੱਖ ਸ਼ਹੀਦਾਂ ਨੂੰ ਤਾਂ ਇਹ ਗੁੜਤੀ ਗੁਰੂ ਸਾਹਿਬਾਂ ਤੋਂ ਹੀ ਮਿਲ ਗਈ ਸੀ। ਇਹੋ ਕਾਰਨ ਹੈ ਕਿ ਇੱਕ ਨਿੱਕੀ ਜਿਹੀ ਨਵੀਂ ਕੌਮ ਨੇ ਹਰ ਫਰੰਟ 'ਤੇ ਸ਼ਹੀਦੀਆਂ ਦੀਆਂ ਝੜੀਆਂ ਲਾ ਛੱਡੀਆਂ, ਅੱਜ ਵੀ ਲਾਈਆਂ ਨੇ। ਚਾਹੇ ਪਹਾੜੀ ਰਾਜੇ ਜਾਂ ਮੁਗਲ ਬਾਦਸ਼ਾਹ ਹੋਣ, ਚਾਹੇ ਅਬਦਾਲੀ ਜਾਂ ਅੰਗਰੇਜ਼ ਹੋਣ, ਚਾਹੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਨਿਸ਼ਾਨਾ ਹੋਵੇ ਜਾਂ ਆਜ਼ਾਦ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ, ਸਿੱਖਾਂ ਦੀਆਂ ਸ਼ਹੀਦੀਆਂ ਗਿਣੀਆਂ ਨਹੀਂ ਜਾ ਸਕਦੀਆਂ। ਆਜ਼ਾਦੀ ਤੋਂ ਬਾਅਦ ਵੀ ਅੰਤ ਨਹੀਂ ਹੋਇਆ। ਹੁਣ ਆਪਣੇ ਪੰਜਾਬੀ ਸੂਬੇ ਦਾ ਹੱਕ ਲੈਣ ਵਾਸਤੇ ਵੀ ਇਹਨਾਂ ਨੇ ਕੁਰਬਾਨੀਆਂ ਬਹੁਤ ਕੀਤੀਆਂ ਸੀ, ਹਾਲੇ ਕਿ ਇਹ ਆਪਣਾ ਆਜ਼ਾਦ ਮੁਲਕ ਸੀ। ਅੱਜ 3 ਕਾਲੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਖ਼ਤਮ ਕਰਾਉਣ ਲਈ ਆਪਣੀ ਹੀ ਸਰਕਾਰ ਪਾਸੋਂ 9-10 ਮਹੀਨੇ ਹੋ ਗਏ ਨੇ ਦਿੱਲੀ ਦੀਆਂ ਹੱਦਾਂ 'ਤੇ ਬੈਠਿਆਂ। ਉਹ ਕੰਮ ਵੀ ਪੰਜਾਬੀਆਂ ਨੇ ਪਹਿਲਾਂ ਸ਼ੁਰੂ ਕੀਤਾ, ਸਿੱਖਾਂ ਨੇ ਸ਼ੁਰੂ ਕੀਤਾ। ਉਹਦੇ 'ਚ ਫਿਰ ਹਰਿਆਣਾ ਰਲਿਆ, ਰਾਜਸਥਾਨ ਰਲਿਆ, ਯੂਪੀ ਰਲਿਆ, ਫਿਰ ਹੋਰ ਕਈ ਜਿਹੜੇ ਆ ਉਹ ਸਟੇਟਾਂ ਵੀ ਰਲ ਗਈਆਂ। ਪਰ ਉਹ ਵੀ ਅੱਜ ਤੱਕ ਚੱਲ ਰਿਹਾ ਹੈ ਪੀਸਫੁਲ। ਦੁਨੀਆ ਦਾ ਪਹਿਲਾ ਐਡਾ ਵੱਡਾ ਪੀਸਫੁਲ ਮੂਵਮੈਂਟ ਜਿਹੜੀ ਆ ਉਹ ਵੀ ਉਹ ਚੱਲ ਰਹੀ ਹੈ। ਹੁਣ ਆਪਾਂ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ 6 ਸਤੰਬਰ ਨੂੰ ਉਹ ਆਪਣੇ ਘਰ ਦੇ ਬਾਹਰ, ਅੰਮ੍ਰਿਤਸਰ ਉਹਨਾਂ ਦਾ ਘਰ ਸੀ, ਉਸੇ ਘਰ ਦੇ ਬਾਅਦ ਹੀ ਆਪਣੀ ਕਾਰ ਧੋ ਰਹੇ ਸੀ ਜਦੋਂ ਪੁਲਿਸ ਵਾਲਿਆਂ ਨੇ ਜਿਹੜਾ ਹੈ ਉਹ ਸਿਵਲ ਕੱਪੜਿਆਂ ਦੇ ਵਿੱਚ ਆ ਕੇ ਉਹਨਾਂ ਨੂੰ ਚੁੱਕ ਕੇ ਉੱਥੋਂ ਲੈ ਗਿਆ। ਇਹਨਾਂ ਦਾ ਪਿੰਡ ਖਾਲੜਾ ਪਿੰਡ ਜੋ ਸ੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਅਤੇ ਲਾਹੌਰ ਤੋਂ 15 ਕਿਲੋਮੀਟਰ ਅਟਾਰੀ ਬਾਰਡਰ 'ਤੇ ਹੈ। ਉੱਥੇ ਸਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਗ੍ਰਹਿ ਵਿਖੇ 2 ਨਵੰਬਰ 1952 ਨੂੰ ਹੋਇਆ ਸੀ। ਮੁੱਢਲੀ ਸਿੱਖਿਆ ਤਾਂ ਇਹਨਾਂ ਦੀ ਪਿੰਡ ਦੇ ਸਕੂਲ ਦੀ ਸੀ। ਬਾਅਦ 'ਚ ਕਾਲਜ ਦੀ ਪੜ੍ਹਾਈ ਜਿਹੜੀ ਹੈ ਇਹਨਾਂ ਬੀੜ ਬਾਬਾ ਬੁੱਢਾ ਜੀ ਜਿਹੜਾ ਕਾਲਜ ਹੈ ਉੱਥੋਂ ਸ਼ੁਰੂ ਕੀਤੀ ਸੀ, ਉੱਥੇ ਪੂਰੀ ਕੀਤੀ ਸੀ। ਪਹਿਲੀ ਨੌਕਰੀ 1974 'ਚ ਪੰਚਾਇਤ ਸਕੱਤਰ ਦੇ ਤੌਰ 'ਤੇ ਸ਼ੁਰੂ ਕੀਤੀ, 1987 ਤੱਕ ਕਰਦੇ ਰਹੇ। ਉਹਦੇ ਬਾਅਦ 1995 ਤੱਕ ਇੱਕ ਪੰਜਾਬ ਦੀ ਬੈਂਕ ਵਿੱਚ ਉੱਚ ਪਦਵੀ ਦੇ ਅਧਿਕਾਰੀ ਰਹੇ।
ਜਦੋਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰ ਦੇ ਬਾਹਰ ਆਪਣੀ ਕਾਰ ਧੋਂਦਿਆਂ ਨੂੰ ਚੁੱਕਿਆ, ਅਸਲ ਵਿੱਚ ਉਸ ਵੇਲੇ ਉਸ ਪੰਜਾਬ ਬੈਂਕ ਦੇ ਅਧਿਕਾਰੀ ਹੀ ਸਨ। ਬਹੁਤ ਭਿਆਨਕ ਸਮਾਂ ਸੀ ਉਹ। ਪੁਲਿਸ ਹਲਕੇ ਕੁੱਤਿਆਂ ਵਾਂਗ ਨੌਜਵਾਨਾਂ ਨੂੰ ਖਤਮ ਕਰਨ ਅਤੇ ਪੈਸਾ ਇਕੱਠਾ ਕਰਨ 'ਤੇ ਲੱਗੀ ਹੋਈ ਸੀ। ਬਹੁਤ ਹਾਲਤ ਮਾੜੀ ਸੀ। ਉਹ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਵੇਲੇ ਕਿਹਾ ਸੀ, ਤੈਂ ਕੀ ਦਰਦ ਨਾ ਆਇਆ, ਉਹੀ ਹਾਲਤ ਇੱਥੇ ਸੀ। ਕੀਤੀ ਮਾਰ ਪਈ ਕੁਰਲਾਣੇ। ਅਸਲ 'ਚ ਗੱਲ ਇੱਥੋਂ ਸ਼ੁਰੂ ਹੋਈ ਸੀ। ਖਾਲੜਾ ਸਾਹਿਬ ਦੇ ਦੋ ਸਾਥੀ ਸੀ, ਪਿਆਰਾ ਸਿੰਘ ਤੇ ਅਮਰੀਕ ਸਿੰਘ, ਜਿਨ੍ਹਾਂ ਨੂੰ ਪਹਿਲਾਂ ਪੁਲਿਸ ਨੇ ਚੁੱਕ ਕੇ ਤੇ ਖਪਾ ਦਿੱਤਾ ਸੀ। ਉਹਨਾਂ ਦਾ ਪਤਾ ਕਰਦਿਆਂ ਇਹ ਸ਼ਮਸ਼ਾਨ ਘਾਟ 'ਤੇ ਪਹੁੰਚੇ। ਸ਼ਮਸ਼ਾਨ ਘਾਟ 'ਤੇ ਇਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਇੱਥੇ ਤਾਂ ਰੋਜ਼ ਬਹੁਤ ਸਾਰੀਆਂ ਲਾਸ਼ਾਂ ਆਉਂਦੀਆਂ ਨੇ ਅਤੇ ਅਸੀਂ ਉਹਨਾਂ ਬਾਰੇ ਕਿਵੇਂ ਤੁਹਾਨੂੰ ਦੱਸ ਸਕਦੇ ਹਾਂ। ਉਹਨਾਂ ਕਿਹਾ ਵੀ ਪਤਾ ਕਿਵੇਂ ਲੱਗੂਗਾ। ਉਹਨਾਂ ਕਿਹਾ ਵੀ ਲੱਕੜਾਂ ਖਰੀਦ ਕੇ ਲਿਆਈ ਦੀਆਂ ਸੰਸਕਾਰ ਕਰਨ ਵਾਸਤੇ, ਉੱਥੋਂ ਤੁਸੀਂ ਰਜਿਸਟਰ ਲਾਇਆ ਵਾ, ਉੱਥੋਂ ਪਤਾ ਲੱਗ ਸਕਦਾ। ਖਾਲੜਾ ਸਾਹਿਬ ਨੇ ਉਹ ਸਾਰੀਆਂ ਜਿਹੜੀਆਂ ਵਾ ਉਹ ਉੱਥੋਂ ਕਾਪੀਆਂ ਕਰ ਲਈਆਂ, ਕਿਉਂਕਿ ਬੈਂਕ 'ਚ ਕੰਮ ਕਰਦੇ ਇਹਨਾਂ ਪਤਾ ਸੀ ਉਹ ਰਜਿਸਟਰ ਦੀਆਂ ਨਾ ਕਿਸੇ ਤਰੀਕੇ ਨਾਲ ਕਾਪੀਆਂ ਕਰ ਲਈਆਂ। ਕਾਪੀਆਂ ਕਰਕੇ ਇਹਨਾਂ ਨੂੰ ਪਤਾ ਲੱਗਾ ਕਿ ਇਹ ਸਿਰਫ 3 ਸ਼ਮਸ਼ਾਨ ਘਾਟਾਂ 'ਚ 2095 ਬੇਨਾਮੀ ਲਾਸ਼ਾਂ ਜਿਹੜੀਆਂ ਉਹ ਆਲਰੇਡੀ ਉਹਨਾਂ ਦਾ ਸੰਸਕਾਰ ਹੋ ਚੁੱਕਾ। ਅਤੇ ਇਸ ਤਰ੍ਹਾਂ ਤੁਸੀਂ ਇਹ ਸੋਚ ਲਓ ਕਿ ਲਗਭਗ 3000 ਸ਼ਮਸ਼ਾਨ ਘਾਟ ਪੰਜਾਬ 'ਚ ਆ, ਅਤੇ ਇਸ ਹਿਸਾਬ ਨਾਲ 25,000 ਜਿਹੜੇ ਆ ਇਹਨਾਂ ਨੇ ਹੁਣ ਤੱਕ ਲਾਸ਼ਾਂ ਜਿਹੜੀਆਂ ਉਹ ਜਿਹੜੇ ਨੌਜਵਾਨ ਬੱਚੇ ਆ ਉਹ ਮਾਰ ਮੁਰ ਦਿੱਤੇ ਆ, ਖਪਾ ਦਿੱਤੇ ਕਿਤੇ। ਜਦੋਂ ਇਹ ਲਾਸ਼ਾਂ ਦੀਆਂ ਖਬਰਾਂ ਪੇਪਰਾਂ 'ਚ ਛਪਣੀਆਂ ਸ਼ੁਰੂ ਹੋਈਆਂ ਤਾਂ ਪਹਿਲਾਂ ਤਾਂ ਪੁਲਿਸ ਨੇ ਇਹਨਾਂ ਨੂੰ ਡਰਾਇਆ ਧਮਕਾਇਆ। ਫਿਰ ਉਹਨਾਂ ਨੇ ਅਖੀਰ ਜਦੋਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਅਤੇ ਇਹਨਾਂ ਸੋਚਿਆ ਕਿ ਇਹਨੂੰ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਦੇ ਤੌਰ 'ਤੇ ਇਹਨੂੰ ਜਿਹੜਾ ਪ੍ਰਚਾਰਨਾ ਚਾਹੀਦਾ। ਇਹ ਉੱਥੋਂ ਕੈਨੇਡਾ ਆ ਗਿਆ। ਕੈਨੇਡਾ ਦੀ ਪਾਰਲੀਮੈਂਟ ਓਟਵਾ ਵਿੱਚ ਇਹਨਾਂ ਨੇ ਆਪਣਾ ਲੈਕਚਰ ਕੀਤਾ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਿਹੜੀ ਗੱਲ ਸੀ ਉਹ ਰੱਖੀ ਉੱਥੇ ਆ ਕੇ ਵੀ ਕਿਵੇਂ ਹਿੰਦੁਸਤਾਨ 'ਚ ਹੋ ਰਿਹਾ। ਇੱਥੋਂ ਫਿਰ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਗੱਲ ਆ ਇੱਥੋਂ ਪਹੁੰਚ ਗਈ। ਜਦੋਂ ਇਹ ਸੀ ਇਹਨਾਂ ਨੂੰ ਡਰ ਵੀ ਇਸ ਡਰ ਦੇ ਨਾਲ ਸ਼ਾਇਦ ਪੰਜਾਬ ਪੁਲਿਸ ਜਿਹੜੀ ਉਹ ਕੋਈ ਥੋੜ੍ਹੀ ਸੁਧਰ ਜਾਊਗੀ, ਥੋੜ੍ਹਾ ਆਪਣੇ 'ਤੇ ਕੰਟਰੋਲ ਕਰ ਲੂਗੇ। ਪਰ ਉਹ ਤਾਂ ਬਿਲਕੁਲ ਖੁੱਲ੍ਹੀਆਂ ਵਾਗਾਂ ਸੀ, ਕਿਸੇ ਦਾ ਡਰ ਨਹੀਂ ਸੀ ਉਹਨਾਂ ਨੂੰ ਤਾਂ। ਸੋ ਉਹਨਾਂ ਨੇ ਫਿਰ ਇਹਨਾਂ ਨੂੰ ਜਿਹੜਾ ਹੈ ਚੁੱਕ ਲਿਆ। ਚੁੱਕ ਕੇ ਪਹਿਲਾਂ ਉਹ ਇਹਨਾਂ ਨੂੰ ਥਾਣੇ ਲੈ ਕੇ ਗਏ ਆ ਝਬਾਲ ਦੇ, ਅਤੇ ਉੱਥੇ ਫਿਰ ਪਹਿਲਾਂ ਤਾਂ ਲਾਲਚ ਦਿੱਤਾ ਚੁੱਪ ਕਰਾਉਣ ਵਾਸਤੇ ਕਿ ਤੂੰ ਕੋਈ ਕਈਆਂ ਤਰੀਕਾਂ ਦਾ। ਫਿਰ ਉਹਨਾਂ ਨੇ ਜਦੋਂ ਇਹ ਨਾ ਮੰਨੇ, ਫਿਰ ਉਹਨਾਂ ਨੇ ਇਹਨਾਂ 'ਤੇ ਸਰੀਰਕ ਅਤੇ ਮਾਨਸਿਕ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਇਹਨਾਂ ਨੇ ਫਿਰ ਇਹਨਾਂ ਨੂੰ ਤੰਗ ਕੀਤਾ ਕਿ DSP ਜਸਪਾਲ ਸਿੰਘ ਦੀ ਨਿਗਰਾਨੀ 'ਚ 7 ਸਿਪਾਹੀ ਸਨ, ਜਿਨ੍ਹਾਂ ਨੇ ਇਹਨਾਂ ਦੀਆਂ ਤਿੰਨਾਂ ਨੇ ਤੇ ਇਹਨਾਂ ਦੀਆਂ ਲੱਤਾਂ ਫੜੀਆਂ, ਇੱਕ ਨੇ ਪਿੱਛੋਂ ਇਹਨਾਂ ਦੀਆਂ ਬਾਹਾਂ ਫੜੀਆਂ ਅਤੇ ਇਹਨਾਂ ਦੇ ਚੱਡੇ ਪਾੜਤੇ। ਫਿਰ ਵੀ ਬੇਸ਼ਰਮਾਂ ਨੂੰ ਠੰਡ ਨਹੀਂ ਪਈ ਅਤੇ ਛਾਤੀ ਦੇ ਉੱਤੇ ਠੁੱਡੇ ਮਾਰੇ, ਗਾਲ ਗਲੋਚ ਜੋ ਉਹਨਾਂ ਦੇ ਮੂੰਹ 'ਚ ਆਉਂਦਾ ਸੀ ਉਹ ਕੀਤਾ। ਅਖੀਰ 24 ਅਕਤੂਬਰ 1995 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਲਾਸ਼ ਹਰੀਕੇ ਪੱਤਣ ਨਹਿਰ ਵਿੱਚ ਸੁੱਟ ਦਿੱਤੀ। ਸੋ ਉਹਨਾਂ ਨੂੰ ਜਿਹੜਾ ਹੈ ਬੜੇ ਪ੍ਰੋਟੈਸਟ ਹੋਏ, ਇਹਦੇ ਉੱਤੇ ਰੌਲਾ ਬੜਾ ਪਿਆ। ਇੰਟਰਨੈਸ਼ਨਲ ਦੇ ਤੌਰ 'ਤੇ ਦਬਾਅ ਅਤੇ ਕਾਨੂੰਨੀ ਮਾਹਰਾਂ ਨੇ ਜਿਹੜੀ ਕਾਨੂੰਨੀ ਲੜਾਈ ਵੀ ਸ਼ੁਰੂ ਕੀਤੀ। ਇਹਨਾਂ ਨੇ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਕੇਸ ਇਹਨਾਂ ਨੇ ਸ਼ੁਰੂ ਕੀਤੇ। ਫਿਰ 10 ਸਾਲ ਇਹ ਕੇਸ ਚੱਲਦਾ ਰਿਹਾ ਅਤੇ 2005 ਵਿੱਚ ਸੈਸ਼ਨ ਕੋਰਟ ਨੇ 9 ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਉੱਪਰ CBI ਨੇ ਚਾਰਜ ਸ਼ੀਟ ਲਾਈ ਸੀ, ਸਜ਼ਾ ਸੁਣਾ ਦਿੱਤੀ। 9 ਵਿੱਚੋਂ 2 ਤੇ ਟਰਾਇਲ ਦੇ ਦਰਮਿਆਨ ਹੀ ਮਰ ਗਏ ਸੀ ਅਤੇ 7 ਵਿੱਚੋਂ 1 ਗਵਾਹੀਆਂ ਦੀ ਘਾਟ ਕਾਰਨ ਬਚ ਗਿਆ ਅਤੇ 2 ਨੂੰ ਉਮਰ ਕੈਦ, 4 ਨੂੰ 7-7 ਸਾਲ ਕੈਦ।
ਪਰ ਮਿਸਿਸ ਖਾਲੜਾ ਤੇ ਖਾਲੜਾ ਮਿਸ਼ਨ ਦੇ ਮੈਂਬਰਾਂ ਨੇ ਘੱਟ ਸਜ਼ਾ ਦੇ ਵਿਰੁੱਧ ਹਾਈ ਕੋਰਟ ਵਿੱਚ ਫਿਰ ਪਟੀਸ਼ਨ ਪਾਤੀ। 2007 ਵਿੱਚ 2 ਸਾਲ ਦੇ ਬਾਅਦ ਹਾਈ ਕੋਰਟ ਨੇ 5 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਤੇ ਉਸ ਤੋਂ ਬਾਅਦ ਇਹ ਪੁਲਿਸ ਵਾਲੇ ਸੁਪਰੀਮ ਕੋਰਟ ਚਲੇ ਗਏ। ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੀ ਉਹ ਜਿਹੜੀ ਗੱਲ ਸੀ ਉਹਨੂੰ ਉਸੇ ਤਰ੍ਹਾਂ ਜਿਹੜਾ ਵਾ ਉਹ ਰੱਖਿਆ ਤੇ ਹੁਣ ਉਹ ਜਿਹੜੇ ਆ ਉਹ ਸਜ਼ਾ ਉਮਰ ਕੈਦ ਭੋਗ ਰਹੇ ਆ। ਸੋ ਇਸ ਨਿਆਂ ਨੂੰ ਲੈਣ ਲਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਲਗਭਗ 16 ਸਾਲ ਲੱਗੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।